ਸੋ ਡੀਅਰ ਸਟੂਡੈਂਟਸ, ਅੱਜ ਦੇ ਲੈਕਚਰ ਦੇ ਵਿੱਚ ਅਸੀਂ ਦੇਖਾਂਗੇ ਕਿ ਕੈਮ ਪ੍ਰੋਫਾਈਲ ਅਗਰ ਕੈਮ ਪ੍ਰੋਫਾਈਲ ਦਾ ਕੁਐਸਚਨ ਐਗਜ਼ਾਮ ਦੇ ਵਿੱਚ ਆਂਦਾ ਹੈ ਤੇ ਅਸੀਂ ਉਹਨੂੰ ਕਿੱਦਾਂ ਪਰਫਾਰਮ ਕਰਨਾ ਆ। ਸੋ ਇਹ ਇੱਕ ਐਗਜ਼ਾਮਪਲ ਹੈ ਕੈਮ ਪ੍ਰੋਫਾਈਲ ਦੀ, ਜਿਹਦੇ ਵਿੱਚ ਸਭ ਤੋਂ ਪਹਿਲਾਂ ਗਿਵਨ ਹੈ ਲਿਫਟ ਆਫ ਫੋਲੋਵਰ 50 mm 50 mm, ਰਾਈਜ਼ ਹੈ ਜਿਹੜੀ that is 60 degree 60 degree, dwell is 30 degree, return is 60 degree, dwell is 210 degree, ਐਂਡ ਰੋਟੇਸ਼ਨ ਅਗਰ ਨਾ ਵੀ ਗਿਵਨ ਹੋਏ ਤਾਂ ਤੁਸੀਂ ਐਜ਼ਿਊਮ ਕਰ ਸਕਦੇ ਹੋ। ਅਦਰਵਾਈਜ਼ ਰੋਟੇਸ਼ਨ ਜਿਹੜੀ ਹੈ ਇੱਥੇ ਹੈ ਕਲੋਕਵਾਈਜ਼ ਰੋਟੇਸ਼ਨ। ਮਿਨੀਮਮ ਰੇਡੀਅਸ ਆਫ ਕੈਮ ਹੈ 50 mm। ਸੋ ਇਸ ਇਨਫੋਰਮੇਸ਼ਨ ਦੇ ਰਿਗਾਰਡਿੰਗ ਅਸੀਂ ਆਪਣਾ ਕੁਐਸਚਨ ਜਿਹੜਾ ਆ ਉਹ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਮੈਂ ਤੁਹਾਨੂੰ ਇਲਸਟ੍ਰੇਟ ਕਰਾਂਗਾ ਇਸ ਸੌਫਟਵੇਅਰ ਦੇ ਥਰੂ। ਸੋ ਸਭ ਤੋਂ ਪਹਿਲਾਂ ਅਸੀਂ ਬਣਾਵਾਂਗੇ ਡਿਸਪਲੇਸਮੈਂਟ ਡਾਇਗਰਾਮ। ਸੋ ਡਿਸਪਲੇਸਮੈਂਟ ਡਾਇਗਰਾਮ ਦੇ ਵਿੱਚ ਅਸੀਂ ਕੀ ਕਰਨਾ ਆ, ਸਭ ਤੋਂ ਪਹਿਲਾਂ ਲਿਫਟ ਆਫ ਫੋਲੋਵਰ ਜਿਹੜੀ ਗਿਵਨ ਹੈ ਦੈਟ ਇਜ਼ 50 mm। ਸੋ ਆਪਾਂ ਕੀ ਕਰਨਾ, ਇੱਕ 50 mm ਦੀ ਲਾਈਨ ਡਰੋ ਕਰਾਂਗੇ। 50 mm ਦੀ ਲਾਈਨ ਆਪਾਂ ਡਰੋ ਕਰ ਚੁੱਕੇ ਹਾਂ। ਸੋ 50 mm ਦੀ ਲਾਈਨ ਡਰੋ ਕਰਨ ਤੋਂ ਬਾਅਦ ਅਸੀਂ ਕੀ ਕਰਾਂਗੇ, ਇੱਕ ਰੈਕਟੈਂਗੂਲਰ ਸਟ੍ਰੇਟ ਲਾਈਨ ਲਗਾਵਾਂਗੇ ਨੀਅਰ ਅਬਾਊਟ 100 mm, ਜਿਹੜੀ 10 ਸੈਂਟੀਮੀਟਰ ਦੀ ਲੈਂਥ ਤੁਸੀਂ ਡਰੋ ਕਰ ਸਕਦੇ ਹੋ। ਉਸ ਤੋਂ ਬਾਅਦ ਸੇਮ ਤਰੀਕੇ ਦੇ ਨਾਲ ਆਪਾਂ ਉੱਪਰੋਂ ਵੀ ਇੱਕ ਹੋਰੀਜ਼ੋਨਟਲ ਸਟ੍ਰੇਟ ਲਾਈਨ ਡਰੋ ਕਰਾਂਗੇ। ਨੈਕਸਟ ਹੁਣ ਆਪਾਂ ਇਸ ਡਿਸਪਲੇਸਮੈਂਟ ਡਾਇਗਰਾਮ ਦੇ ਵਿੱਚ ਕੀ ਕਰਨਾ ਆ, ਅਸੀਂ ਐਂਗਲ ਦੀਆਂ ਡਿਸਟਰੀਬਿਊਸ਼ਨਸ ਕਰਨੀਆਂ ਆ। ਸੋ ਜਿੱਦਾਂ ਕਿ ਸਾਨੂੰ ਰਾਈਜ਼ ਜਿਹੜਾ ਦਿੱਤਾ ਗਿਆ ਦੈਟ ਇਜ਼ 60 ਡਿਗਰੀ। ਸੋ ਆਪਾਂ ਕੀ ਕਰਨਾ, ਇਸ 60 ਡਿਗਰੀ ਨੂੰ 10 ਇਕੁਅਲ ਪਾਰਟਸ ਦੇ ਵਿੱਚ ਡਿਵਾਈਡ ਕਰਨਾ। ਮਤਲਬ ਅਗਰ ਅਸੀਂ 6 ਪਾਰਟਸ 'ਚ ਡਿਵਾਈਡ ਕਰੀਏ ਤਾਂ ਹਰ ਇੱਕ ਪਾਰਟ ਜਿਹੜਾ ਆ 10 ਡਿਗਰੀ ਦਾ ਬਣੇਗਾ। ਸੋ ਆਪਾਂ ਕੀ ਕਰਾਂਗੇ, ਐਜ਼ਿਊਮ ਕਰਾਂਗੇ ਜਿਹੜਾ ਆ 1 ਡਿਗਰੀ ਆ ਉਹ 1 mm ਦੇ ਬਰਾਬਰ ਹੈ। ਸੋ ਜਿਹੜੀ 10 ਡਿਗਰੀ ਹੋਗੀ ਉਹ ਆਲਮੋਸਟ 1 ਸੈਂਟੀਮੀਟਰ ਦੇ ਇਕੁਅਲ ਹੋਏਗੀ। ਸੋ ਆਪਾਂ ਕੀ ਕਰਾਂਗੇ, ਸਭ ਤੋਂ ਪਹਿਲਾਂ ਜਿਹੜਾ ਰਾਈਜ਼ ਹੈ ਉਹਨੂੰ 6 ਇਕੁਅਲ ਪਾਰਟਸ 'ਚ ਡਿਵਾਈਡ ਕਰਾਂਗੇ। ਸੋ ਸਟੂਡੈਂਟਸ, ਜਿੰਨੀਆਂ ਵੀ ਤੁਸੀਂ ਲਾਈਨਸ ਵਾਈਟ ਕਲਰ 'ਚ ਦੇਖ ਰਹੇ ਹੋ ਇਸ ਡਿਸਪਲੇਸਮੈਂਟ ਡਾਇਗਰਾਮ 'ਚ ਜਾਂ ਫਿਰ ਜੋ ਕੈਮ ਪ੍ਰੋਫਾਈਲ ਮੈਂ ਡਰੋ ਕਰੂੰਗਾ, ਉਹ ਸਾਰੀਆਂ ਜਿਹੜੀਆਂ ਤੁਸੀਂ ਲਾਈਟ ਡਰੋ ਕਰਨੀਆਂ। ਐਂਡ ਜੋ ਵੀ ਓਬਜੈਕਟ ਲਾਈਨ ਹੈ ਉਹ ਰੈੱਡ ਕਲਰ ਦੀ ਹੋਏਗੀ ਇਹਦੇ ਵਿੱਚ, ਸੋ ਉਹਨੂੰ ਤੁਸੀਂ ਡਾਰਕ ਡਰੋ ਕਰਨਾ। ਸੋ ਆਪਾਂ ਇੱਥੇ ਸਭ ਤੋਂ ਪਹਿਲਾਂ ਡਿਵੀਜ਼ਨਸ ਪਾਉਂਦੇ ਹਾਂ। ਸੋ ਆਪਾਂ 10 ਇਕੁਅਲ ਡਿਵੀਜ਼ਨਸ ਕਰ ਦੇਣੀਆਂ ਇਹਦੀਆਂ। ਸੋ 60 ਡਿਗਰੀ ਸੀਗਾ, 1 ਡਿਗਰੀ ਨੂੰ 1 mm ਦੇ ਵਿੱਚ ਅਸੀਂ ਕੰਸੀਡਰ ਕਰ ਲਿਆ। ਸੋ ਇਹ ਹੋ ਗਏ ਟੋਟਲ ਸਾਡੇ ਕੋਲ 1 2 3 5 ਐਂਡ 6। ਸੋ ਇਹ ਤੁਹਾਡਾ ਜਿਹੜਾ ਰਾਈਜ਼ ਵਾਲਾ ਪੋਰਸ਼ਨ ਹੈ ਦੈਟ ਇਜ਼ ਰੈਡੀ। ਰਾਈਜ਼ ਤੋਂ ਬਾਅਦ ਨੈਕਸਟ ਸਾਨੂੰ ਕੀ ਗਿਵਨ ਹੈ, ਡਵੈਲ। ਡਵੈਲ ਹੈਗਾ 30 ਡਿਗਰੀ ਦਾ। ਸੋ ਤੁਸੀਂ ਇਸ ਲਾਈਨ ਤੋਂ ਬਾਅਦ 3 ਸੈਂਟੀਮੀਟਰ ਜਾਂ ਫਿਰ 30 mm ਦੇ ਡਿਸਟੈਂਸ ਤੇ ਤੁਸੀਂ ਡਵੈਲ ਜਿਹੜਾ ਆ ਉਹ ਫਿਨਿਸ਼ ਅਪ ਕਰ ਦੇਣਾ ਹੈ। ਸੋ ਆ ਜਿਹੜਾ ਤੁਸੀਂ ਗੈਪ ਦੇਖ ਰਹੇ ਹੋ ਇਹ ਹੈ ਡਵੈਲ ਪੋਰਸ਼ਨ, ਵੀ ਜਿੰਨੀ ਦੇਰ ਤੱਕ ਜਿਹੜਾ ਆ ਤੁਹਾਡਾ ਫੋਲੋਵਰ ਆ ਉਹ ਉੱਪਰ ਰਿਹਾ। ਡਵੈਲਥ ਤੋਂ ਬਾਅਦ ਰਿਟਰਨ ਪੀਰੀਅਡ ਹੈ ਜਿਹੜਾ ਉਹ ਵੀ ਇਸ ਕੁਐਸਚਨ ਦੇ ਵਿੱਚ 60 ਡਿਗਰੀ ਗਿਵਨ ਹੈ। ਸੋ ਆਪਾਂ ਅਗੇਨ 6 ਇਕੁਅਲ ਪਾਰਟਸ ਦੇ ਵਿੱਚ ਉਹਨੂੰ ਡਿਵਾਈਡ ਕਰਾਂਗੇ। ਸੋ 6 ਇਕੁਅਲ ਪਾਰਟਸ 'ਚ ਇਹਨੂੰ ਡਿਵਾਈਡ ਕਰ ਰਹੇ ਹਾਂ। ਸੋ ਆਪਾਂ ਰਿਟਰਨ ਪੀਰੀਅਡ ਨੂੰ ਵੀ 6 ਇਕੁਅਲ ਪਾਰਟਸ 'ਚ ਡਿਵਾਈਡ ਕਰ ਲਿਆ। ਸੋ ਨੈਕਸਟ ਅਸੀਂ ਕੀ ਕਰਨਾ ਆ, ਜਿਹੜਾ ਰਿਮੇਨਿੰਗ ਡਵੈਲ ਪੀਰੀਅਡ ਆ, ਅਗਰ ਅਸੀਂ 360 ਡਿਗਰੀ ਦੀ ਰੋਟੇਸ਼ਨ ਨੂੰ ਕੰਸੀਡਰ ਕਰੀਏ, 60 ਡਿਗਰੀ ਦਾ ਸਾਡੇ ਕੋਲ ਆ ਗਿਆ ਜੀ ਰਾਈਜ਼, ਉਸ ਤੋਂ ਬਾਅਦ 30 ਡਿਗਰੀ ਆ ਗਿਆ ਡਵੈਲ, ਉਸ ਤੋਂ ਬਾਅਦ ਰਿਮੇਨਿੰਗ ਜਿਹੜਾ 60 ਡਿਗਰੀ ਸੀਗਾ ਉਹ ਸੀਗਾ ਰਿਟਰਨ ਪੀਰੀਅਡ। ਮਤਲਬ ਦੇਖਿਆ ਜਾਵੇ ਟੋਟਲ 150 ਡਿਗਰੀ ਦੀ ਰੋਟੇਸ਼ਨ ਨੂੰ ਆਪਾਂ ਡਿਸਪਲੇਸਮੈਂਟ ਡਾਇਗਰਾਮ ਦੇ ਵਿੱਚ ਬਣਾ ਚੁੱਕੇ ਹਾਂ। ਸੋ ਰਿਮੇਨਿੰਗ ਜਿਹੜੀ ਪੀਰੀਅਡ ਹੈ 150 ਮਾਈਨਸ 360 ਡਿਗਰੀ ਸਾਡੇ ਕੋਲ ਬਣਦਾ ਹੈ, ਬਚਦਾ ਆ 120 ਡਿਗਰੀ। ਅਗਰ ਅਸੀਂ 120 ਡਿਗਰੀ ਨੂੰ ਅਸੀਂ ਡਰੋ ਕਰੀਏ ਤਾਂ ਲਾਈਨ ਕਾਫੀ ਲੰਬੀ ਚਲੇ ਜਾਏਗੀ। ਸੋ ਆਪਾਂ ਉਹਦੇ ਲਈ ਕੀ ਕਰਨਾ ਆ, ਲਾਈਨ ਨੂੰ ਥੋੜਾ ਸ਼ਾਰਟ ਕਰਦੇ ਹਾਂ।
ਸੋ ਲਾਈਨ ਨੂੰ ਆਪਾਂ ਥੋੜਾ ਜਿਹਾ ਸ਼ਾਰਟ ਕਰ ਦੇਣਾ ਹੈ। ਇਹ ਦੋ ਸਟ੍ਰੇਟ ਲਾਈਨਸ ਡਰਾ ਕਰਨ ਤੋਂ ਬਾਅਦ ਤੁਸੀਂ ਪੈਨਸਿਲ ਦੇ ਨਾਲ ਫ੍ਰੀ ਹੈਂਡ ਜਿਹੜਾ ਆ ਕੁਛ ਇਸ ਤਰ੍ਹਾਂ ਦਾ ਡਰਾ ਕਰ ਦੇਣਾ ਹੈ। ਸੋ ਇੱਕ ਵੇਵ ਫਾਰਮ ਦੇ ਵਿੱਚ ਜਿਹੜੀ ਲਾਈਨ ਆ ਤੁਸੀਂ ਆਪਣੀ ਇੰਜੀਨੀਅਰਿੰਗ ਡਰਾਇੰਗ ਦੇ ਵਿੱਚ ਕੀਤੀ ਹੋਏਗੀ, ਜਦੋਂ ਲਾਈਨ ਦੀ ਲੈਂਥ ਕਾਫੀ ਲੰਬੀ ਹੋਵੇ ਤੇ ਆਪਾਂ ਉਹਨੂੰ ਵੇਵ ਫਾਰਮ ਦੇ ਵਿੱਚ ਕਨਵਰਟ ਕਰ ਸਕਦੇ ਹਾਂ। ਸੋ ਪੂਰੀ ਐਗਜ਼ੈਕਟਲੀ 12 ਸੈਂਟੀਮੀਟਰ ਦੀ ਲਾਈਨ ਡਰਾ ਕਰਨ ਦੀ ਲੋੜ ਨਹੀਂ ਹੈ, ਤੁਸੀਂ ਇਹਨੂੰ ਥੋੜਾ ਜਿਹਾ ਸ਼ਾਰਟ ਰੱਖ ਕੇ ਇਸ ਤਰੀਕੇ ਦੇ ਨਾਲ ਬਣਾ ਸਕਦੇ ਹੋ। ਸੋ ਸਾਡਾ ਡਿਸਪਲੇਸਮੈਂਟ ਜਿਹੜਾ ਡਾਇਗਰਾਮ ਹੈ ਉਹਦੀਆਂ ਡਿਵੀਜ਼ਨਸ ਆਪਾਂ ਕਰ ਚੁੱਕੇ ਹਾਂ। ਨੈਕਸਟ ਜਿਹੜਾ ਆਪਾਂ ਕੰਮ ਕੀ ਕਰਨਾ ਆ, ਅਸੀਂ ਨੇਮਿੰਗ ਕਰਨੀ ਹੈ। ਨੇਮਿੰਗ ਕਰਨ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ, ਇੱਕ ਲਾਈਨ ਡਰਾ ਕਰਨੀ ਹੈ। ਹੁਣ ਇਹ ਤੁਹਾਡੀ ਓਬਜੈਕਟ ਲਾਈਨ ਹੋਏਗੀ। ਓਬਜੈਕਟ ਲਾਈਨ ਜਿਹੜੀ ਤੁਹਾਡੀ ਡਰਾ ਹੋਏਗੀ ਇਸ ਕਾਰਨਰ ਤੋਂ ਲੈ ਕੇ ਇਸ ਕਾਰਨਰ ਤੱਕ ਹੋਏਗੀ ਡਰਾ। ਸੋ ਰੈੱਡ ਕਲਰ ਦੀ ਓਬਜੈਕਟ ਲਾਈਨ ਤੁਸੀਂ ਦੇਖ ਹੀ ਰਹੇ ਹੋ। ਸੋ ਇਹ ਤੁਸੀਂ ਲੋਅਰ ਲੈਫਟ ਕਾਰਨਰ ਤੋਂ ਲੈ ਕੇ ਅੱਪਰ ਰਾਈਟ ਕਾਰਨਰ ਜਿਹੜਾ ਤੁਹਾਡਾ ਰਾਈਜ਼ ਡਿਵੀਜ਼ਨ ਹੈ ਉੱਥੋਂ ਤੱਕ ਲੈ ਕੇ ਜਾਣਾ। ਫਿਰ ਨੈਕਸਟ ਤੁਸੀਂ ਡਵੈਲ ਪੀਰੀਅਡ ਤੱਕ ਲੈ ਕੇ ਜਾਓਗੇ। ਉਸ ਤੋਂ ਬਾਅਦ ਤੁਸੀਂ ਆਓਗੇ ਨੀਚੇ। ਨੀਚੇ ਆਉਣ ਤੋਂ ਬਾਅਦ ਜਿਹੜਾ ਰਿਵੇਨਿੰਗ ਡਵੈਲ ਪੀਰੀਅਡ ਹੈ ਐਂਡ ਲਾਈਨ ਤੱਕ ਤੁਸੀਂ ਉਹਨੂੰ ਲੈ ਜਾਓਗੇ। ਸੋ ਇਹ ਤੁਹਾਡੀ ਓਬਜੈਕਟ ਲਾਈਨ ਬਣੀ ਹੈ ਡਿਸਪਲੇਸਮੈਂਟ ਡਾਇਗਰਾਮ ਦੇ ਵਿੱਚ। ਠੀਕ ਹੈ ਜੀ। ਸੋ ਹੁਣ ਆਪਾਂ ਇਹਦੀ ਕਰਦੇ ਹਾਂ ਜੀ ਨੇਮਿੰਗ। ਨੇਮਿੰਗ ਦੇ ਵਿੱਚ ਆਪਾਂ ਕਿੱਥੋਂ ਸਟਾਰਟ ਕਰਾਂਗੇ, ਜ਼ੀਰੋ ਤੋਂ ਸਟਾਰਟ ਕਰਾਂਗੇ। ਸੋ ਇਹ ਤੁਹਾਡਾ ਹੋ ਗਿਆ ਪੋਰਸ਼ਨ ਜ਼ੀਰੋ। ਜ਼ੀਰੋ ਤੋਂ ਬਾਅਦ ਨੈਕਸਟ ਆਏਗਾ 1। ਸੋ ਇਹ ਹੋ ਗਿਆ ਜੀ 1। 1 ਤੋਂ ਬਾਅਦ 2। ਡਿਵੀਜ਼ਨਸ ਦੀ ਨੇਮਿੰਗ ਦੇਣਾ ਬਹੁਤ ਜ਼ਰੂਰੀ ਹੈ ਕਿਉਂਕਿ ਅੱਗੇ ਜਦੋਂ ਆਪਾਂ ਕੈਮ ਪ੍ਰੋਫਾਈਲ ਡਰਾ ਕਰਨੀ ਹੈ ਇਹਨਾਂ ਦੀ ਹੈਲਪ ਦੇ ਨਾਲ ਹੀ ਕਰਾਂਗੇ। ਸੋ ਨੈਕਸਟ ਇਜ਼ 3। 3 ਡਿਵੀਜ਼ਨ ਹੈ ਜਿਹੜੀ ਆਪਾਂ ਡਰਾ ਕਰ ਲਈ ਹੈ। ਸੋ 3 ਆ ਗਿਆ। 3 ਤੋਂ ਬਾਅਦ ਨੈਕਸਟ ਇਸੀ ਤਰ੍ਹਾਂ 4 5 ਐਂਡ 6 ਨੂੰ ਵੀ ਆਪਾਂ ਨੇਮਿੰਗ ਦੇ ਦੇਣੀ ਹੈ। ਕਿਉਂਕਿ ਮੈਂ ਸੌਫਟਵੇਅਰ ਤੇ ਬਣਾ ਰਿਹਾ ਇਸ ਲਈ ਮੈਨੂੰ ਕਮਾਂਡਸ ਯੂਜ਼ ਕਰਕੇ ਇੱਥੇ ਨੇਮਿੰਗ ਦੇਣੀ ਪੈ ਰਹੀ ਹੈ। ਅਦਰਵਾਈਜ਼ ਤੁਸੀਂ ਜਦੋਂ ਆਪਣੀ ਡਰਾਇੰਗ ਸ਼ੀਟ ਤੇ ਕੰਮ ਕਰੋਗੇ ਤੁਹਾਡੇ ਲਈ ਈਜ਼ੀ ਰਹੇਗਾ। ਸੋ ਅਸੀਂ ਨੇਮਿੰਗ ਦੇ ਚੁੱਕੇ ਹਾਂ ਜਿਹੜੀਆਂ 60 ਡਿਗਰੀ ਦੀਆਂ 6 ਡਿਵੀਜ਼ਨਸ 0 ਤੋਂ ਲੈ ਕੇ 6 ਤੱਕ। 0 1 2 3 4 5 6। ਇਸੀ ਤਰ੍ਹਾਂ ਆਪਾਂ ਨੈਕਸਟ ਜਿਹੜੀ ਡਿਵੀਜ਼ਨ ਹੈ ਰਿਟਰਨ ਦੀ ਉਹਨੂੰ ਵੀ ਆਪਾਂ ਨੇਮਿੰਗ ਦੇਵਾਂਗੇ। ਨੇਮਿੰਗ ਆਪਾਂ ਸਟਾਰਟ ਕਰਾਂਗੇ 6 ਡੈਸ਼ ਤੋਂ। ਸਭ ਤੋਂ ਪਹਿਲਾਂ ਆਏਗੀ 6 ਡੈਸ਼। ਉਸ ਤੋਂ ਬਾਅਦ ਆਏਗੀ 5 ਡੈਸ਼। ਉਸ ਤੋਂ ਬਾਅਦ ਆਏਗੀ 4 ਡੈਸ਼। 4 ਡੈਸ਼ ਤੋਂ ਬਾਅਦ ਆਏਗੀ 3 ਡੈਸ਼। 3 ਡੈਸ਼ ਤੋਂ ਬਾਅਦ 2 ਡੈਸ਼। 2 ਡੈਸ਼ ਤੋਂ ਬਾਅਦ ਆਏਗੀ 1 ਡੈਸ਼। एंड लास्ट इज 0 डैश।
ਨੇਮਿੰਗ ਜਿਹੜੀ ਆ ਤੁਸੀਂ 0 ਤੋਂ ਲੈ ਕੇ 6 ਅਗਰ ਮੈਂ ਸਟਾਰਟ ਕੀਤਾ ਆ, ਤੁਸੀਂ ਇੱਥੇ ABCD ਤੋਂ ਵੀ ਸ਼ੁਰੂ ਕਰ ਸਕਦੇ ਹੋ, ਇਹ ਤੁਹਾਡੀ ਆਪਣੀ ਚੁਆਇਸ ਹੈ। ਸੋ ਨੈਕਸਟ ਹੁਣ ਅਸੀਂ ਜਿੱਦਾਂ ਸਾਡੀ ਆਬਜੈਕਟ ਲਾਈਨ ਹੈ, ਮਤਲਬ ਇਹ ਸਾਡੀ ਹੈਗੀ ਆ ਫੋਲੋਵਰ ਦੀ ਪੋਜੀਸ਼ਨ ਵੀ। ਪਹਿਲਾਂ ਜਦੋਂ 0 ਤੇ ਸੀਗਾ ਫੋਲੋਵਰ ਇਸ ਪੋਜੀਸ਼ਨ ਤੇ ਸੀਗਾ, ਜਦੋਂ 10 ਡਿਗਰੀ ਮੂਵ ਕੀਤਾ ਫੋਲੋਵਰ ਦੀ ਪੋਜੀਸ਼ਨ ਆ ਗਈ ਦਿਸ ਵਨ, ਜਿੱਥੇ ਰੈੱਡ ਲਾਈਨ ਜਿਹੜੀ ਆਬਜੈਕਟ ਲਾਈਨ ਹੈ 1 ਦੀ ਡਿਵੀਜ਼ਨ ਨੂੰ ਕ੍ਰਾਸ ਕਰ ਰਹੀ ਹੈ। ਸੋ ਆਪਾਂ ਨੂੰ ਇਹਨਾਂ ਡਿਵੀਜ਼ਨਸ ਨੂੰ ਵੀ ਨੇਮਿੰਗ ਦੇਣੀ ਪਏਗੀ, ਸੋ ਉਹ ਜ਼ਰੂਰੀ ਹੈ। ਸੋ ਆਪਾਂ ਇਹਨਾਂ ਦੀ ਨੇਮਿੰਗ ਦੇਣਾ ਸਟਾਰਟ ਕਰਦੇ ਹਾਂ। ਜਿਹੜੀ ਸਭ ਤੋਂ ਇਨੀਸ਼ੀਅਲ ਪੋਜੀਸ਼ਨ ਹੈ ਉਹਨੂੰ ਆਪਾਂ A ਤੋਂ ਨੇਮ ਦੇ ਰਹੇ ਹਾਂ। ਜ਼ਰੂਰੀ ਨਹੀਂ ਤੁਸੀਂ ਆਹੀ ਨੇਮਿੰਗ ਦੇਣੀ ਹੈ, ਹੋਰ ਵੀ ਦੇ ਸਕਦੇ ਹੋ, ਮੈਂ ਜਸਟ ਫੋਰ ਅ ਰੈਫਰੈਂਸ। ਸੋ 0 ਦੇ ਨਾਲ ਜਿਹੜੀ ਹੈ ਡਿਵੀਜ਼ਨ ਆ ਸਟਾਰਟਿੰਗ ਵਾਲੀ, ਇਹਨੂੰ ਆਪਾਂ A ਦਾ ਨਾਮ ਦੇ ਦਿੱਤਾ। ਇਸੇ ਤਰ੍ਹਾਂ B C ਨੈਕਸਟ ਡਿਵੀਜ਼ਨਸ ਦੇ ਨਾਮ। ਸੋ ਇਹ ਆ ਗਿਆ B। ਨੈਕਸਟ ਆਏਗਾ ਜੀ C। इसी तरह D E एंड F। तो ये आ गया जी E। इसी तरह F एंड G भी आएगा। ਸੋ ਸੇਮ ਵੇ ਦੇ ਨਾਲ ਰਿਟਰਨ ਪੀਰੀਅਡ ਦੇ ਵਿੱਚ ਵੀ ਆਪਾਂ ਇਸੇ ਤਰ੍ਹਾਂ ਨੇਮਿੰਗ ਦੇਵਾਂਗੇ, ਸਟਾਰਟਿੰਗ ਫਰੋਮ G डैश। सो ये आ गया जी G डैश। इसी तरह F डैश। F डैश तो बाद आएगा E। E तो बाद आएगा D। देन C डैश। देन आएगा B डैश। देन लास्ट 0 डैश ਦੇ ਨਾਲ ਮੈਚ ਕਰੇਗਾ A ਡੈਸ਼। ਸੋ ਇਹ ਸਾਡੀ ਡਿਸਪਲੇਸਮੈਂਟ ਡਾਇਗਰਾਮ ਦੀ ਜਿਹੜੀ ਨੇਮਿੰਗ ਹੈ ਉਹ ਕੰਪਲੀਟ ਆ। ਇਸੀ ਨੇਮਿੰਗ ਦੀ ਹੈਲਪ ਦੇ ਨਾਲ ਆਪਾਂ ਆਪਣੀ ਕੈਮ ਪ੍ਰੋਫਾਈਲ ਨੂੰ ਡਰੋ ਕਰਾਂਗੇ। ਸੋ ਡਰੋ ਕਰਨ ਦੇ ਲਈ ਆਪਾਂ ਸਭ ਤੋਂ ਪਹਿਲਾਂ ਕੀ ਕਰਦੇ ਹਾਂ, ਮਿਨੀਮਮ ਰੇਡੀਅਸ ਜਿਹੜਾ ਦੱਸਿਆ ਗਿਆ ਹੈ ਦੈਟ ਇਜ਼ 50 mm। ਸੋ ਆਪਾਂ 50 mm ਦਾ ਰੇਡੀਅਸ ਡਰੋ ਕਰਾਂਗੇ ਸਭ ਤੋਂ ਪਹਿਲਾਂ। ਸੋ ਇੱਥੇ ਆਪਾਂ ਰੇਡੀਅਸ ਡਰੋ ਕਰਦੇ ਹਾਂ 50 mm ਦਾ। ਜਿਹੜਾ ਮਿਨੀਮਮ ਰੇਡੀਅਸ ਆ ਉਹ ਤੁਸੀਂ ਲਾਈਟ ਹੀ ਡਰੋ ਕਰੋਗੇ। ਸਿਰਫ ਔਰ ਸਿਰਫ ਜਿਹੜੀਆਂ ਰੈੱਡ ਦੇ ਨਾਲ ਤੁਸੀਂ ਲਾਈਨਸ ਦੇਖ ਰਹੇ ਹੋ ਉਹੀ ਡਾਰਕ ਹੋਣਗੀਆਂ ਤੁਹਾਡੀਆਂ। ਸੋ ਅਸੀਂ 50 mm ਰੇਡੀਅਸ ਦਾ ਸਰਕਲ ਡਰੋ ਕਰ ਲਿਆ। ਸੋ ਇਹ ਮਿਨੀਮਮ ਰੇਡੀਅਸ ਹੈ ਕੈਮ ਦਾ। ਹੁਣ ਆਪਾਂ ਕੀ ਕਰਨਾ, ਡਿਵੀਜ਼ਨਸ ਕ੍ਰੀਏਟ ਕਰਨੀਆਂ ਆ। ਡਿਵੀਜ਼ਨਸ ਤੋਂ ਪਹਿਲਾਂ ਆਪਾਂ ਇਹਨੂੰ ਇੱਕ ਸੈਂਟਰ ਲਾਈਨ ਦੇ ਵਿੱਚ ਕਨਵਰਟ ਕਰ ਲੈਂਦੇ ਆ। ਸੋ ਇਹ ਤੁਹਾਡੀ ਸੈਂਟਰ ਲਾਈਨ ਆਏਗੀ ਇੱਥੇ। ਸੋ ਇਹਨੂੰ ਸੈਂਟਰ ਲਾਈਨ ਦੇ ਵਿੱਚ ਕਨਵਰਟ ਕਰ ਲੈਣਾ। ਸੋ ਆਪਾਂ ਇਹ ਵਾਲੀ ਸੈਂਟਰ ਲਾਈਨ ਯੂਜ਼ ਕਰਦੇ ਹਾਂ। ਠੀਕ ਹੈ ਜੀ।
ਸੋ ਇਹ ਤੁਸੀਂ ਦੇਖ ਰਹੇ ਹੋ ਸੈਂਟਰ ਲਾਈਨ ਡਰਾ ਹੋ ਗਈਆਂ। ਹੁਣ ਇਸ ਤੋਂ ਬਾਅਦ ਅਸੀਂ ਕੀ ਕਰਨਾ ਆ, ਅਸੀਂ ਜਿਵੇਂ ਕਿ ਇੱਥੇ ਰੋਟੇਸ਼ਨ ਗਿਵਨ ਹੈ ਕਲੌਕਵਾਈਜ਼ ਰੋਟੇਸ਼ਨ। ਸੋ ਤੁਸੀਂ ਹਮੇਸ਼ਾ ਜਿਹੜੀਆਂ ਡਿਵੀਜ਼ਨਸ ਆ ਉਹ ਲੈਫਟ ਸਾਈਡ ਤੋਂ ਸਟਾਰਟ ਕਰਨੀਆਂ ਅਗੇਂਸਟ ਦੀ ਡਾਇਰੈਕਸ਼ਨ ਗਿਵਨ, ਮਤਲਬ ਐਂਟੀ ਕਲੌਕਵਾਈਜ਼ ਤੋਂ ਤੁਸੀਂ ਡਾਇਰੈਕਸ਼ਨਸ ਪਾਉਣੀਆਂ ਸ਼ੁਰੂ ਕਰਨੀਆਂ। ਸੋ ਆਪਾਂ ਕੀ ਕਰਦੇ ਹਾਂ, ਸਭ ਤੋਂ ਪਹਿਲਾਂ ਤੁਸੀਂ ਡੀ ਦੀ ਹੈਲਪ ਦੇ ਨਾਲ 10-10 ਡਿਗਰੀ ਦੀਆਂ 6 ਡਿਵੀਜ਼ਨਸ ਪਾਉਣੀਆਂ। ਜਿੱਦਾਂ ਆਪਾਂ ਇੱਥੇ ਡਿਸਪਲੇਸਮੈਂਟ ਦੇ ਵਿੱਚ 6 ਡਿਵੀਜ਼ਨਸ ਪਾਈਆਂ, ਇਸੀ ਤਰ੍ਹਾਂ ਡੀ ਦੀ ਹੈਲਪ ਦੇ ਨਾਲ ਸੈਂਟਰ ਤੋਂ ਆਪਾਂ 10-10 ਡਿਗਰੀ ਦੀ ਡਿਵੀਜ਼ਨਸ ਪਾ ਦੇਣੀਆਂ ਰਫਲੀ, ਜਿੱਥੇ ਵੀ ਆਉਂਦਾ ਆ ਉਹ ਡਿਸਟੈਂਸ। ਸੋ ਇਸੀ ਤਰ੍ਹਾਂ ਨੈਕਸਟ ਡਿਵੀਜ਼ਨ ਪਏਗੀ 120 ਡਿਗਰੀ, ਉਸ ਤੋਂ ਬਾਅਦ ਨੈਕਸਟ 130 ਤੇ। ਸੋ ਇਸੇ ਤਰ੍ਹਾਂ ਤੁਸੀਂ ਕੀ ਕਰਨਾ, 6 ਡਿਵੀਜ਼ਨਸ ਜਿਹੜੀਆਂ ਆ ਉਹ ਪਾ ਲੈਣੀਆਂ। ਸੋ ਇਹ ਹੋ ਗਈਆਂ ਸਾਡੇ ਕੋਲ ਟੋਟਲ 1 2 3 4 5 ਐਂਡ ਲਾਸਟ ਇੱਕ ਹੋਰ ਡਿਵੀਜ਼ਨ ਪਏਗੀ ਇੱਥੇ 6। ਸੋ ਇਹ ਸਾਡੇ ਕੋਲ 6 ਡਿਵੀਜ਼ਨਸ ਪੈ ਗਈਆਂ। ਬਿਲਕੁਲ ਸੈਂਟਰ ਤੇ ਆਪਾਂ ਇੱਕ ਫੋਲੋਵਰ ਡਰੋ ਕਰਕੇ ਇਹਨਾਂ ਨੂੰ ਦਿਖਾਵਾਂਗੇ। ਸੋ ਫੋਲੋਵਰ ਜਿਹੜਾ ਆ ਉਹਦੀ ਹਾਈਟ 50 mm ਹੈ। ਸੋ ਤੁਸੀਂ ਕੀ ਕਰਨਾ, 50 mm ਤੱਕ ਦਾ ਇੱਕ ਫੋਲੋਵਰ ਡਰੋ ਕਰ ਦੇਣਾ। ਉਹ ਮੈਂ ਤੁਹਾਨੂੰ ਇਲਸਟ੍ਰੇਟ ਕਰਕੇ ਦਿਖਾਣਾ ਕਿੱਦਾਂ ਬਣੇਗਾ। ਸੋ 50 mm ਹਾਈਟ ਤੁਸੀਂ ਕੰਸੀਡਰ ਕਰਕੇ ਆਪਣੇ ਸਕੇਲ ਦੀ ਹੈਲਪ ਦੇ ਨਾਲ ਫੋਲੋਵਰ ਡਰੋ ਕਰੋਗੇ। ਸੋ ਇਹ ਸਾਡਾ ਨਾਈਫ ਐਜ ਫੋਲੋਵਰ ਜਿਹੜਾ ਆ ਰੈਡੀ ਆ ਵਿਦ 50 mm ਹਾਈਟ, ਕਿਉਂਕਿ ਇੱਥੇ ਕੁਐਸਚਨ ਦੇ ਵਿੱਚ ਗਿਵਨ ਸੀਗਾ। ਤੁਸੀਂ ਇੱਥੇ ਐਡ ਕਰ ਲਿਓ ਨਾਈਫ ਐਜ ਫੋਲੋਵਰ। ਸੋ ਨਾਈਫ ਐਜ ਫੋਲੋਵਰ ਹੈ, ਇਸ ਲਈ ਆਪਾਂ ਸ਼ਾਰਪ ਐਜ ਦਾ ਇੱਕ ਫੋਲੋਵਰ ਤਿਆਰ ਕੀਤਾ ਹੈ। ਸੋ ਆਪਾਂ ਕੈਮ ਪ੍ਰੋਫਾਈਲ 'ਚ ਬੇਸਿਕਲੀ ਕੀ ਕਰਦੇ ਹਾਂ, ਫੋਲੋਵਰ ਹਰ ਇੱਕ 10 ਡਿਗਰੀ ਤੇ ਜਿਸ ਪੋਜੀਸ਼ਨ ਤੇ ਜਾਂਦਾ ਉਹਦੀ ਹੈਲਪ ਦੇ ਨਾਲ ਅਸੀਂ ਕੀ ਕਰਦੇ ਹਾਂ, ਆਪਣੀ ਕੈਮ ਨੂੰ ਡਰੋ ਕਰਦੇ ਹਾਂ। ਸੋ ਇਸੀ ਤਰ੍ਹਾਂ ਆਪਾਂ ਇੱਥੇ ਨੇਮਿੰਗ ਦੇਣੀ ਹੈ। ਨੇਮਿੰਗ ਜਿਹੜੀ ਸਟਾਰਟ ਹੋਏਗੀ ਇੱਥੋਂ ਸਟਾਰਟ ਹੋਏਗੀ 0 ਤੋਂ। ਸੋ ਆਪਾਂ ਇਸੀ ਤਰ੍ਹਾਂ ਇੱਥੇ ਮੂਵ ਕਰਵਾ ਕੇ ਨੇਮਿੰਗ ਦੇਣੀ ਹੈ, ਸਟਾਰਟਿੰਗ ਫਰੋਮ 0। ਸੋ ਇਹ ਸਾਡਾ ਪੁਆਇੰਟ ਹੈਗਾ 0। ਜ਼ੀਰੋ ਤੋਂ ਬਾਅਦ ਆਏਗਾ 1। ਸੋ 1 ਆ ਗਿਆ ਸਾਡੇ ਕੋਲ। ਸਟੂਡੈਂਟਸ ਜਿਹੜੀ ਪਹਿਲੀ ਡਿਵੀਜ਼ਨ ਹੈ ਆਈ ਥਿੰਕ ਮੇਰੇ ਕੋਲ 20 ਡਿਗਰੀ ਦੀ ਬਣ ਗਈ ਹੈ। ਸੋ ਤੁਸੀਂ ਧਿਆਨ ਨਾਲ ਆਪਣੀ ਡੀ ਦੀ ਹੈਲਪ ਦੇ ਨਾਲ 10-10 ਡਿਗਰੀ ਦੀਆਂ 6 ਡਿਵੀਜ਼ਨਸ ਪਾਉਣੀਆਂ ਹੈ। ਸੋ ਇਹ ਹੋ ਗਿਆ ਤੁਹਾਡਾ 2 ਤੋਂ ਬਾਅਦ ਨੈਕਸਟ ਇਜ਼ 3। ਇਸੇ ਤਰ੍ਹਾਂ ਆਪਾਂ ਇਹਨੂੰ ਮੂਵ ਕਰਵਾਵਾਂਗੇ। ਨੇਮਿੰਗ ਦੇਣਾ ਮੈਨੂੰ ਮੁਸ਼ਕਿਲ ਲੱਗ ਰਿਹਾ ਡਿਊ ਟੂ ਸੌਫਟਵੇਅਰ, ਤੁਹਾਡੇ ਲਈ ਇੰਨਾ ਮੁਸ਼ਕਿਲ ਨਹੀਂ ਹੋਏਗਾ। ਸੋ ਦਿਸ ਇਜ਼ ਪੁਆਇੰਟ 4। ਸੋ ਇਸੀ ਤਰ੍ਹਾਂ ਆਪਾਂ 5-6 ਜਿਹੜੀ ਆ ਉਹਨਾਂ ਨੂੰ ਨੇਮਿੰਗ ਦੇਵਾਂਗੇ। So here is 5, next is 6, 6 ਨੂੰ ਮੂਵ ਕਰਵਾਨੇ ਆ। ਸੋ ਇਹ ਆ ਗਿਆ ਜੀ ਆਪਣਾ 6। ਠੀਕ ਹੈ ਜੀ। ਸੋ ਇਸੀ ਤਰ੍ਹਾਂ 60 ਤੋਂ ਬਾਅਦ ਰਿਮੇਨਿੰਗ 30 ਆ ਗਿਆ 90, ਮਤਲਬ 90 ਡਿਗਰੀ ਤੱਕ ਆ ਸਾਡਾ 30 ਡਿਗਰੀ ਆ, ਇਹਨੂੰ ਮੈਂ ਐਕਸਟੈਂਡ ਕਰ ਦਿੰਦਾ।
ਠੀਕ ਹੈ ਜੀ। ਸੋ ਇਹ ਤੁਹਾਡਾ ਰਿਮੇਨਿੰਗ ਜਿਹੜਾ ਡਿਵੈਲਪ ਪੀਰੀਅਡ ਆਏਗਾ। ਠੀਕ ਹੈ ਜੀ। ਅੱਗੇ ਫਿਰ ਅਸੀਂ ਡੀ ਦੀ ਹੈਲਪ ਦੇ ਨਾਲ 10-10 ਡਿਗਰੀ ਦੀਆਂ 6 ਡਿਵੀਜ਼ਨਸ ਪਾਣੀਆਂ ਨੇ। ਸੋ ਉਹ ਵੀ ਉਸੀ ਤਰੀਕੇ ਦੇ ਨਾਲ ਡੀ ਦੀ ਹੈਲਪ ਦੇ ਨਾਲ ਅੱਗੇ ਆਪਾਂ ਡਿਵੀਜ਼ਨਸ ਪਾਵਾਂਗੇ। ਸੋ 90 180 ਆਉਂਦਾ ਇੱਥੇ, 180 ਤੋਂ ਬਾਅਦ 190। ਠੀਕ ਹੈ ਜੀ। ਇਸੇ ਤਰ੍ਹਾਂ ਆਪਾਂ ਰਿਮੇਨਿੰਗ ਜਿਹੜੀਆਂ ਡਿਵੀਜ਼ਨਸ ਨੇ ਉਹ ਪਾਵਾਂਗੇ। ਸੋ 4 ਡਿਵੀਜ਼ਨਸ ਪੈ ਗਈਆਂ, ਰਿਮੇਨਿੰਗ 2 ਹੋਰ ਪਾਵਾਂਗੇ ਤੇ ਡਿਵੀਜ਼ਨਸ। ਸੋ ਇਹ ਸਾਡੀਆਂ ਇਸੇ ਤਰ੍ਹਾਂ ਡਿਵੀਜ਼ਨਸ ਪੈ ਗਈਆਂ। ਸੋ ਇੱਥੇ ਵੀ ਆਪਾਂ ਨੇਮਿੰਗ ਦੇਵਾਂਗੇ ਸਟਾਰਟਿੰਗ ਫਰੋਮ 6। ਸੋ ਇਹ ਆ ਗਿਆ ਸਾਡਾ 6th ਡਿਵੀਜ਼ਨ। ਨੈਕਸਟ ਇਜ਼ 5th। फाइव तो बाद 4। उस तो बाद आएगा 3। थ्री तो बाद नेक्स्ट इज 2 डैश। टू डैश तो बाद आएगा 1 डैश। ਸੋ ਸਟੂਡੈਂਟਸ 0 1 2 3 4 5 6 ਜਿੱਦਾਂ ਨੇਮਿੰਗ ਸੀਗੀਆਂ, ਇਸੇ ਤਰ੍ਹਾਂ 6 ਡੈਸ਼ 5 ਡੈਸ਼ 4 ਡੈਸ਼ 3 ਡੈਸ਼ 2 ਡੈਸ਼ 1 ਡੈਸ਼ ਐਂਡ 0 ਡੈਸ਼। ਇਹ ਨੇਮਿੰਗਸ ਦੇਣ ਤੋਂ ਬਾਅਦ ਅੱਗੇ ਨੈਕਸਟ ਸਟੈਪ ਅਸੀਂ ਕੀ ਕੀਤਾ, ਅਸੀਂ ਸਕੇਲ ਦੀ ਹੈਲਪ ਦੇ ਨਾਲ 0 ਏ ਡੈਸ਼, ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਵੀ 0 ਤੇ ਏ ਦਾ ਕੋਈ ਡਿਸਟੈਂਸ ਨਹੀਂ ਹੈ, ਸੋ ਆਪਾਂ 0 ਨੂੰ ਏ ਦੇ ਨਾਲ ਰੱਖ ਦਿੱਤਾ। ਹੁਣ 1 ਵਾਲੀ ਡਿਵੀਜ਼ਨ ਤੇ ਬੀ ਜਿੰਨੇ ਵੀ ਡਿਸਟੈਂਸ ਤੇ ਹੋਏਗਾ, ਮੰਨ ਲਓ 2 mm ਹੈ, 3 mm ਡਿਸਟੈਂਸ ਤੇ ਆ, 4 mm ਡਿਸਟੈਂਸ ਤੇ ਆ, ਤੁਸੀਂ ਸਕੇਲ ਦੇ ਨਾਲ ਮੈਜਰ ਕਰਕੇ ਜਾਂ ਫਿਰ ਕੰਪਸ ਦੇ ਨਾਲ ਮੈਜਰ ਕਰਕੇ ਤੁਸੀਂ ਕੀ ਕਰਨਾ, 1 ਵਾਲੀ ਲਾਈਨ ਦੇ ਇੱਥੋਂ ਦੀ ਡਿਵੀਜ਼ਨ ਪਾ ਦੇਣੀ ਹੈ ਜਿੱਥੇ ਵੀ ਤੁਹਾਡਾ ਬੀ ਪੁਆਇੰਟ ਆਏਗਾ। ਸਿਮਿਲਰਲੀ ਤੁਸੀਂ 2 ਤੇ ਸੀ, ਸੈਕਿੰਡ ਲਾਈਨ ਦੇ ਵਿੱਚ ਸੀ ਦਾ ਜਿੰਨਾ ਵੀ ਡਿਸਟੈਂਸ ਹੈ ਇੱਥੋਂ ਦੀ ਮੈਜਰ ਕਰਕੇ, 2 ਤੇ ਸੀ ਦਾ ਜੋ ਵੀ ਡਿਸਟੈਂਸ ਹੈ ਮੈਜਰ ਕਰਕੇ ਇਸ ਸੈਕਿੰਡ ਲਾਈਨ ਤੋਂ ਸੀ ਦਾ ਜਿਹੜਾ ਡਿਸਟੈਂਸ ਹੈ ਉਹ ਮਾਰਕ ਕਰ ਦੇਣਾ। ਸੇਮ ਵੇ ਦੇ ਨਾਲ 3D 4E 5F 6G ਇਹਨਾਂ ਦੇ ਡਿਸਟੈਂਸ ਵੀ ਤੁਸੀਂ ਮਾਰਕ ਕਰ ਦੇਣੇ ਨੇ। ਸੇਮ ਵੇ ਦੇ ਨਾਲ ਤੁਸੀਂ ਨੀਚੇ ਆਣਾ ਹੈ, 6 ਡੈਸ਼ ਤੇ ਜੀ ਡੈਸ਼ ਦਾ ਜਿੰਨਾ ਵੀ ਡਿਸਟੈਂਸ ਹੋਏਗਾ ਤੁਸੀਂ ਮਾਰਕ ਕਰ ਦੇਣਾ ਇਸ ਲਾਈਨ ਤੇ। ਇਸੇ ਤਰ੍ਹਾਂ ਤੁਸੀਂ ਡਿਸਟੈਂਸ ਮਾਰਕ ਕਰਦੇ ਹੋਏ 0 ਡੈਸ਼ ਏ ਡੈਸ਼ ਲਾਸਟ ਪੁਆਇੰਟ ਤੇ ਆ ਜਾਣਾ। ਹੁਣ ਨੈਕਸਟ ਸਟੈਪ ਕੀ ਹੈ, ਅਸੀਂ ਕੈਮ ਪ੍ਰੋਫਾਈਲ ਬਣਾਉਣਾ ਸ਼ੁਰੂ ਕਰਾਂਗੇ ਨੈਕਸਟ ਸਟੈਪ ਦੇ ਵਿੱਚ। ਸੋ ਨੈਕਸਟ ਸਟੈਪ ਦੇ ਵਿੱਚ ਕੀ ਹੋਏਗਾ, ਅਸੀਂ ਫ੍ਰੀ ਹੈਂਡ ਜਿਹੜੀ ਆ ਲਾਈਨ ਡਰੋ ਕਰਾਂਗੇ। ਫ੍ਰੀ ਹੈਂਡ ਲਾਈਨ ਕਿੱਦਾਂ ਡਰੋ ਕਰਾਂਗੇ, ਸੋ ਇਸ ਪੁਆਇੰਟ ਤੋਂ ਤੁਸੀਂ ਸ਼ੁਰੂ ਹੋਣਾ, ਇਸ ਪੁਆਇੰਟ ਤੇ ਜਾਣਾ,
फिर नेक्स्ट जिथे सी पॉइंट आएगा, देन डी, फिर ई पॉइंट, देन एफ, जी, लास्ट जी पॉइंट है। इसी तरह एफ आएगा, ਈ ਪੁਆਇੰਟ ਆਏਗਾ, ਡੀ। ਤੁਸੀਂ ਇਦਾਂ ਕਰਵ ਫਾਰਮ ਦੇ ਵਿੱਚ ਲੈ ਕੇ ਆਣਾ, ਕਿਉਂਕਿ ਮੈਂ ਇੱਥੇ ਸੌਫਟਵੇਅਰ ਤੇ ਬਣਾ ਰਿਹਾ, ਸੌਫਟਵੇਅਰ ਦੇ ਵਿੱਚ ਕਰਵ ਫਾਰਮ ਨਹੀਂ ਦਿਖੇਗੀ। ਸੋ ਤੁਸੀਂ ਇਸ ਤਰੀਕੇ ਦੇ ਨਾਲ ਇਹਨੂੰ ਲਿਆਣਾ, ਠੀਕ ਹੈ ਜੀ। ਸੋ ਆ ਜਿਹੜੀ ਰੈੱਡ ਕਲਰ ਦੀ ਤੁਸੀਂ ਲਾਈਨ ਦੇਖ ਰਹੇ ਹੋ, ਇਹ ਜਿਹੜੀ ਤੁਹਾਡੀ ਕੈਮ ਸ਼ਾਫਟ ਹੈ, ਕੈਮ ਪ੍ਰੋਫਾਈਲ ਹੈ, ਉਹ ਬਣ ਰਹੀ ਹੈ। ਸੋ ਆਪਾਂ ਨੈਕਸਟ ਸਟੈਪ ਦੇ ਵਿੱਚ ਕੀ ਕਰਨਾ ਆ, ਸੋ ਨੈਕਸਟ ਸਟੈਪ ਦੇ ਵਿੱਚ ਕੀ ਕਰਨਾ, ਜਿਹੜਾ ਰਿਮੇਨਿੰਗ ਪੀਰੀਅਡ ਹੈ, ਡਵੈਲ ਪੀਰੀਅਡ, ਉਹਨੂੰ ਵੀ ਤੁਸੀਂ ਡਾਰਕ ਆਬਜੈਕਟ ਕਰਨਾ ਆ। ਜਦੋਂ ਤੱਕ ਤੁਸੀਂ ਪੂਰੀ ਦੀ ਪੂਰੀ 360 ਡਿਗਰੀ ਰੋਟੇਸ਼ਨ ਕੈਮ ਦੀ ਨਹੀਂ ਦਿਖਾਉਂਦੇ, ਉਦੋਂ ਤੱਕ ਤੁਹਾਡਾ ਜਿਹੜਾ ਕੁਐਸਚਨ ਹੈ ਉਹ ਸਹੀ ਨਹੀਂ ਹੋਏਗਾ। ਸੋ ਇਹ ਜਿੰਨਾ ਵੀ ਤੁਸੀਂ ਰੈੱਡ ਕਲਰ ਦਾ ਪੋਰਸ਼ਨ ਦੇਖ ਰਹੇ ਹੋ, ਹਾਲਾਂਕਿ ਸੌਫਟਵੇਅਰ 'ਚ ਬਣਾਇਆ ਇਸ ਲਈ ਕਰਵ ਫਾਰਮ ਨਹੀਂ ਆ ਰਹੀ, ਪਰ ਤੁਸੀਂ ਇਹਨੂੰ ਕਰਵ ਫਾਰਮ ਦੇ ਵਿੱਚ ਹੀ ਲੈ ਕੇ ਜਾਣਾ, ਕਿਉਂਕਿ ਜਿਹੜੀ ਕੈਮ ਸ਼ਾਫਟ ਦੀ ਸ਼ੇਪ ਹੁੰਦੀ ਆ ਉਹ ਕਰਵ ਫਾਰਮ ਦੇ ਵਿੱਚ ਹੁੰਦੀ ਹੈ, ਕਿਤੇ ਵੀ ਸ਼ਾਰਪ ਐਜਿਸ ਨਹੀਂ ਹੁੰਦੇ। ਸੋ ਇਸ ਗੱਲ ਦਾ ਖਾਸ ਤੁਸੀਂ ਧਿਆਨ ਰੱਖਣਾ। ਨੈਕਸਟ ਜਿਹੜਾ ਸਟੈਪ ਆ, ਤੁਸੀਂ ਕੀ ਕਰਨਾ ਆ, ਇਹਦੇ ਨੀਚੇ ਆ ਜਿਹੜਾ ਡਿਸਪਲੇਸਮੈਂਟ ਡਾਇਗਰਾਮ ਬਣਾਇਆ, ਡਿਸਪਲੇਸਮੈਂਟ ਡਾਇਗਰਾਮ ਦੇ ਨੀਚੇ ਤੁਸੀਂ ਇੰਜੀਨੀਅਰਿੰਗ ਲੈਟਰਸ ਦੇ ਵਿੱਚ ਡਿਸਪਲੇਸਮੈਂਟ ਡਾਇਗਰਾਮ ਲਿਖੋਗੇ। ਐਂਡ ਇਸ ਜਗ੍ਹਾ ਤੁਸੀਂ ਲਿਖੋਗੇ ਕੈਮ ਪ੍ਰੋਫਾਈਲ, ਜਿਹੜੀ ਤੁਸੀਂ ਇੱਥੇ ਡਰਾ ਕੀਤੀ ਹੈ, ਇਹ ਹੋਏਗੀ ਤੁਹਾਡੀ ਕੈਮ ਪ੍ਰੋਫਾਈਲ। ਸੋ ਇਹਨੂੰ ਆਪਾਂ ਫਿਨਿਸ਼ਿੰਗ ਟੱਚਸ ਦੇ ਰਹੇ ਹਾਂ ਹੁਣ। ਠੀਕ ਹੈ ਜੀ। ਸੋ ਕੈਮ ਪ੍ਰੋਫਾਈਲ ਲਿਖਣ ਤੋਂ ਬਾਅਦ ਹੋਰ ਵੀ ਕਾफ़ੀ ਚੀਜ਼ਾਂ ਨੇ, 0 ਤੋਂ ਲੈ ਕੇ 6 ਤੱਕ ਦੀ ਜਿਹੜੀ ਡਿਵੀਜ਼ਨ ਹੈ, ਸੋ ਉਹਨੂੰ ਆਪਾਂ ਡਿਵੀਜ਼ਨ ਨੂੰ ਕੀ ਕਰਨਾ ਆ, ਰਿਪਰੈਜ਼ੈਂਟ ਕਰਨਾ ਆ ਐਜ਼ ਡਵੈਲ। ਸੋ ਆਪਾਂ ਜਿੱਦਾਂ ਡਿਮੈਂਸ਼ਨਿੰਗ ਕਰਦੇ ਆ ਐਕਸਟੈਂਸ਼ਨ ਲਾਈਨਸ ਦੇ ਨਾਲ, ਸੋ ਡਿਮੈਂਸ਼ਨਿੰਗ ਕਰਕੇ ਇੱਥੇ ਇਸ ਜਗ੍ਹਾ ਤੁਸੀਂ ਲਿਖ ਦੇਣਾ ਆ ਰਾਈਜ਼ 60 ਡਿਗਰੀ। ਅਗਲਾ ਜਿਹੜਾ ਪੋਰਸ਼ਨ ਹੈ ਦੈਟ ਇਜ਼ ਡਵੈਲ 30 ਡਿਗਰੀ। ਨੈਕਸਟ ਪੋਰਸ਼ਨ ਇਜ਼ ਅਗੇਨ ਰਿਟਰਨ 60 ਡਿਗਰੀ। ਰਿਟਰਨ ਤੋਂ ਬਾਅਦ ਜਿਹੜਾ ਰਿਮੇਨਿੰਗ ਪੀਰੀਅਡ ਡਵੈਲ ਹੈ ਦੈਟ ਇਜ਼ 210 ਡਿਗਰੀ। ਸੋ ਇਹਨਾਂ ਨੂੰ ਮੈਂਸ਼ਨ ਕਰਨ ਤੋਂ ਬਾਅਦ ਲੈਫਟ ਸਾਈਡ ਤੇ ਲਿਫਟ ਆਫ ਫੋਲੋਵਰ 50 mm ਲਿਖਣਾ ਹੈ। ਸੋ ਜਿਹੜਾ ਇੱਥੇ ਤੁਸੀਂ ਫੋਲੋਵਰ ਡਰਾ ਕੀਤਾ ਉਹ ਵੀ 50 mm ਹਾਈਟ ਦਾ ਹੋਣਾ ਚਾਹੀਦਾ, ਬਿਲਕੁਲ ਸੈਂਟਰ ਤੇ ਪਾਸ ਕਰਨਾ ਚਾਹੀਦਾ। ਕਈ ਵਾਰ ਐਗਜ਼ਾਮ ਦੇ ਵਿੱਚ ਕੁਐਸਚਨ ਆ ਜਾਂਦਾ ਆ ਕਿ ਜਿਹੜੀ ਸਟ੍ਰੋਕ ਆਫ ਫੋਲੋਵਰ ਹੈ ਉਹ ਆਫਸੈਟ ਡਿਸਟੈਂਸ ਤੇ ਹੈ। ਸੋ ਉਸ ਕੇਸ ਦੇ ਵਿੱਚ ਕੀ ਕਰਨਾ, ਜਿੰਨਾ ਵੀ ਆਫਸੈਟ ਡਿਸਟੈਂਸ ਦਿੱਤਾ ਜਾਏਗਾ ਤੁਹਾਨੂੰ 10, 20, 30, 40 mm, ਸੋ ਤੁਸੀਂ ਇਸ ਸੈਂਟਰ ਤੋਂ 40 mm ਹਟ ਕੇ ਉੱਥੋਂ ਦੀ ਫੋਲੋਵਰ ਤੁਸੀਂ ਡਰਾ ਕਰ ਦੇਣਾ। ਹੋਰ ਕੁਐਸਚਨਸ ਵੀ ਨੇ ਸਿੰਪਲ ਹਾਰਮੋਨਿਕ ਮੋਸ਼ਨ ਦੇ, ਯੂਨੀਫਾਰਮ ਐਕਸਲਰੇਸ਼ਨ ਐਂਡ ਰਿਟਾਰਡੇਸ਼ਨ ਦੇ, ਉਹ ਅਸੀਂ ਨੈਕਸਟ ਟਾਈਮ ਕਵਰ ਕਰਾਂਗੇ। ਬਾਕੀ ਜਿਹੜੀਆਂ ਐਕਸਟਰਾ ਲਾਈਨਸ ਨੇ ਇਹਨਾਂ ਨੂੰ ਤੁਸੀਂ ਰਿਮੂਵ ਕਰ ਸਕਦੇ ਹੋ, ਜਿੱਦਾਂ ਕਿ ਆ ਅੱਗੇ ਐਕਸਟਰਾ ਲਾਈਨਸ ਨੇ, ਇਹ ਜੋ ਤੁਸੀਂ ਡਿਵੀਜ਼ਨਸ ਪਾਣੀਆਂ ਤੁਹਾਨੂੰ ਪਤਾ ਨਹੀਂ ਹੋਣਾ ਮਾਰਕਿੰਗ ਕਿੱਥੇ ਆਣੀ ਹੈ, ਇਸ ਲਈ ਤੁਸੀਂ ਇਹਨਾਂ ਨੂੰ ਬਾਅਦ ਵਿੱਚ ਰਿਮੂਵ ਵੀ ਕਰ ਸਕਦੇ ਹੋ। ਸੋ ਮੇਨ ਜਿਹੜਾ ਸਾਡਾ ਆਬਜੈਕਟ ਹੈ ਦੈਟ ਇਜ਼ ਰੈੱਡ ਕਲਰ। ਐਂਡ ਲਾਸਟ ਦੇ ਵਿੱਚ ਇੱਥੇ ਸੈਂਟਰ ਤੇ ਇੱਕ ਛੋਟਾ ਜਿਹਾ ਸਰਕਲ ਜ਼ਰੂਰ ਡਰਾ ਕਰਨਾ, ਕਿਉਂਕਿ ਜਿਹੜੀ ਕੈਮ ਸ਼ਾਫਟ ਹੈ ਉਹ ਵੀ ਕਿਸੇ ਨਾ ਕਿਸੇ ਸ਼ਾਫਟ ਤੇ ਮਾਊਂਟਡ ਆ। ਸੋ ਉਹ ਸ਼ਾਫਟ ਨੂੰ ਦਿਖਾਉਣਾ ਵੀ ਜ਼ਰੂਰੀ ਹੈ। ਇੱਥੇ ਇਹਦੀ ਸੈਕਸ਼ਨਿੰਗ ਤੁਸੀਂ ਕਰ ਦੇਣੀ ਹੈ। ਸੈਕਸ਼ਨਿੰਗ ਤੁਹਾਨੂੰ ਪਤਾ ਹੈ 45 ਡਿਗਰੀ ਐਂਗਲ ਤੇ ਆਪਾਂ ਕਰਦੇ ਹਾਂ, 2 ਤੋਂ 1 mm ਗੈਪ ਦੇ ਵਿੱਚ। ਸੋ ਸਟੂਡੈਂਟਸ, ਇਹ ਸੀ ਤੁਹਾਡੀ ਕੈਮ ਪ੍ਰੋਫਾਈਲ। ਨੈਕਸਟ ਲੈਕਚਰ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਅਬਾਊਟ ਸਿੰਪਲ ਹਾਰਮੋਨਿਕ ਮੋਸ਼ਨ ਦਾ ਕੁਐਸਚਨ, ਐਂਡ ਜਦੋਂ ਫੋਲੋਵਰ ਦੀ ਜਿਹੜੀ ਸ਼ੇਪ ਹੈ ਉਹ ਚੇਂਜ ਹੁੰਦੀ ਹੈ, ਰੋਲਰ ਫੋਲੋਵਰ ਦਾ ਕੁਐਸਚਨ ਆਪਾਂ ਕਵਰ ਕਰਾਂਗੇ। ਸੋ ਥੈਂਕ ਯੂ।